ਵਾਰਤਕ ਭਾਗ ਗਿਆਨੀ ਦਿੱਤ ਸਿੰਘ ਜੀ। ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1853 ਨੂੰ ਹੁੰਦਾ ਅਤੇ ਇਹਨਾਂ ਦੀ ਮੌਤ 1901 ਦੇ ਵਿੱਚ ਹੁੰਦੀ ਹੈ। ਇਹ ਇੱਕ ਹਿਸਟੋਰੀਅਨ, ਇਤਿਹਾਸਕਾਰ, ਸਕੋਲਰ ਹੋਏ ਹੈ, ਵਿਦਵਾਨ ਹੋਏ ਹੈ, ਪੋਇਟ, ਐਡੀਟਰ ਹੋਏ ਹੈ ਅਤੇ ਐਮੀਨੈਂਟ ਸਿੰਘ ਸਭਾ ਦੇ ਰਿਫੋਰਮਰ ਹੋਏ ਆ। 70 ਤੋਂ ਵੱਧ ਇਹਨਾਂ ਨੇ ਸਿੱਖੀਜ਼ਮ ਦੇ ਉੱਤੇ ਕਿਤਾਬਾਂ ਲਿਖੀਆਂ ਹੋਈਆਂ ਨੇ। ਖਾਲਸਾ ਅਖਬਾਰ ਦੇ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ ਅਤੇ ਉਹਨਾਂ ਦੀ ਬੁੱਕ ਹੈ ਦਇਆਨੰਦ ਨਾਲ ਮੇਰਾ ਸੰਵਾਦ ਅਤੇ ਦੁਰਗਾ ਪ੍ਰਬੋਧ। ਮੇਜਰ ਟੈਕਸਟਸ ਮੰਨੇ ਜਾਂਦੇ ਆ ਸਿੱਖ ਫਿਲੋਸਫੀ ਦੇ। ਇਹਨਾਂ ਦਾ ਜਨਮ ਹੋਇਆ ਕਲੌੜ ਪਿੰਡ ਦੇ ਵਿੱਚ, ਆਨੰਦਪੁਰ ਕਲੌੜ ਦੇ ਵਿੱਚ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ, ਕਿਤੇ ਕਿਤੇ ਪਟਿਆਲਾ ਵੀ ਮਿਲਦਾ ਲਿਖਿਆ ਹੋਇਆ। ਇਹ ਗਿਆਨੀ ਦਿੱਤ ਸਿੰਘ ਜੀ ਦਾ ਪੋਰਟਰੇਟ ਬਣਿਆ ਹੋਇਆ। 21 ਅਪ੍ਰੈਲ 1850 'ਚ ਜਨਮ, 6 ਸਤੰਬਰ 1901 ਨੂੰ ਇਹਨਾਂ ਦੀ ਮੌਤ ਹੋਈ ਹੈ। ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਧਰਮ ਅਤੇ ਸਿੱਖ ਇਤਿਹਾਸ ਦੇ ਮਹਾਨ ਵਿਦਵਾਨ, ਉੱਚ ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਟੀਕਾਕਾਰ, ਉਪਦੇਸ਼ਕ, ਉਪਦੇਸ਼ ਦਿੰਦੇ ਰਹੇ ਆ। ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖਬਾਰ ਦੇ ਬਾਨੀ। 1886 ਦੇ ਵਿੱਚ ਖਾਲਸਾ ਅਖਬਾਰ ਸ਼ੁਰੂ ਹੁੰਦਾ, ਉਦੋਂ ਤੋਂ। ਸਿੰਘ ਸਭਾ ਅੰਮ੍ਰਿਤਸਰ ਅਤੇ ਲਾਹੌਰ ਦੇ ਵਿੱਚ ਸਿੰਘ ਸਭਾ ਬਣੀ ਅਤੇ ਅੰਮ੍ਰਿਤਸਰ ਦੇ ਵਿੱਚ ਬਣੀ, ਉਹਨਾਂ ਦੇ ਬਾਨੀ। ਖਾਲਸਾ ਦੀਵਾਨ ਲਾਹੌਰ ਦੇ ਵਿੱਚ ਬਣਿਆ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਹੈ। ਪੂਰਾ ਨਾਂ ਗਿਆਨੀ ਦਿੱਤ ਸਿੰਘ ਹੈ। ਜਨਮ 21 ਅਪ੍ਰੈਲ 1850, ਆਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਅਤੇ ਮੌਤ 6 ਸਤੰਬਰ 1901 ਅੰਮ੍ਰਿਤਸਰ ਦੇ ਵਿੱਚ। ਬਿਮਾਰੀ, ਜਿਗਰ ਦੀ ਬਿਮਾਰੀ ਕਾਰਨ ਮੌਤ ਹੋਈ ਸੀ। ਭਾਰਤੀ ਸਿੱਖ ਪ੍ਰਚਾਰਕ ਅਤੇ ਸਮਾਜ ਸੁਧਾਰਕ ਹੋਏ ਆ। ਜਨਮ ਤਰੀਕ ਇਹਨਾਂ ਦੀ 21 ਅਪ੍ਰੈਲ ਹੀ ਹੈ। ਈਅਰ ਦਾ ਫਰਕ ਕਿਤੇ 50 ਵੀ ਲਿਖਿਆ ਮਿਲਦਾ, ਕਿਤੇ 1852, ਕਿਤੇ 1853। ਪਿਤਾ ਦੀਵਾਨ ਸਿੰਘ ਅਤੇ ਮਾਤਾ ਦਾ ਨਾਂ ਸੀ ਰਾਮ ਕੌਰ। ਇਹਨਾਂ ਦੇ ਪਿਤਾ ਨੂੰ ਨਿਆਂ ਅਤੇ ਵਿਦਾਂਤ ਦੀ ਜਾਣਕਾਰੀ ਸੀ, ਰਿਲੀਜੀਅਸ ਫਿਲੋਸਫੀਜ਼ ਦੀ, ਨਿਆਂ ਅਤੇ ਵਿਦਾਂਤਾਂ ਦੀ, ਅਤੇ ਇਹੀ ਇਹਨਾਂ ਨੇ ਸਿੱਖਿਆ ਆਪਣੇ ਪੁੱਤਰ ਨੂੰ ਦਿੱਤੀ ਹੈ। ਰਵਿਦਾਸੀਆ ਕਾਸਟ, ਚਮਾਰ ਜਾਤੀ ਸੀ ਇਹਨਾਂ ਦੀ। ਵੀਵਿੰਗ ਕਮਿਊਨਿਟੀ। ਸਕੂਲਿੰਗ ਇਹਨਾਂ ਨੂੰ ਇਹਦੇ ਪਿਤਾ ਜੀ ਨੇ ਪਹਿਲਾਂ ਨਿਆਂ ਅਤੇ ਵਿਦਾਂਤਾ ਦੀ ਸਿੱਖਿਆ ਦਿੱਤੀ ਹੈ। ਫਿਰ 8 ਅਤੇ 9 ਸਾਲ ਦੀ ਉਮਰ ਦੇ ਸੀਗੇ, 8 ਜਾਂ 9 ਸਾਲ ਦੀ ਉਮਰ ਦੇ, ਅਤੇ ਇਹਨਾਂ ਨੂੰ ਗੁਰਬਖਸ਼ ਸਿੰਘ ਅਤੇ ਲਾਲਾ ਦਇਆਨੰਦ ਨੇ ਪੜ੍ਹਾਇਆ, ਜਿਹੜੇ ਕਿ ਤਿਓੜ ਵਿਲੇਜ ਦੇ ਸੀ, ਅੰਬਾਲਾ ਡਿਸਟ੍ਰਿਕਟ ਦੇ ਵਿੱਚ। ਇੱਥੇ ਇਹਨਾਂ ਨੇ ਗੁਰਮੁਖੀ, ਉਰਦੂ, ਪਰਸੀਅਨ ਸਿੱਖੀ, ਨੀਤੀ ਸ਼ਾਸਤਰ ਅਤੇ ਵਿਦਾਂਤ ਦੀ ਸਿੱਖਿਆ ਲਈ, ਜਦੋਂ ਤੱਕ ਇਹ 16 ਸਾਲਾਂ ਦੇ ਹੋ ਗਏ ਸੀ। ਗੁਰਬਖਸ਼ ਸਿੰਘ ਗੁਲਾਬਦਾਸੀ ਸੈਕਟ ਨਾਲ ਸੰਬੰਧਿਤ ਸੀ, ਅਤੇ ਜਿਹੜਾ ਇਹਨਾਂ ਦਾ ਸ਼ਿਸ਼ ਬਣਿਆ ਸੀ ਇਹ ਗਿਆਨੀ ਦਿੱਤ ਸਿੰਘ, ਫਿਰ ਉਹਨੂੰ ਗੁਲਾਬਦਾਸੀ ਸੈਂਟਰ ਚੱਠਿਆਂ ਵਾਲਾ ਲਾਹੌਰ ਦੇ ਨੇੜੇ ਭੇਜ ਦਿੱਤਾ ਇਹਨਾਂ ਨੇ, ਤਿਓੜ ਤੋਂ ਚੱਠਿਆਂ ਵਾਲਾ ਭੇਜ ਦਿੱਤਾ। ਫਿਰ ਸੰਤ ਦੇਸਾ ਸਿੰਘ ਦੇ ਅੰਡਰ ਇਹਨਾਂ ਨੇ ਸਿੱਖਿਆ ਲਈ ਅਤੇ ਗੁਲਾਬਦਾਸੀ ਪ੍ਰੀਚਰ ਬਣ ਗਏ। ਗੁਲਾਬਦਾਸੀ ਸੰਪਰਦਾਇ ਦਾ ਇਹ ਪ੍ਰਚਾਰ ਕਰਨ ਲੱਗ ਗਏ। ਫਿਰ ਇਹ ਭਾਈ ਜਵਾਹਰ ਸਿੰਘ ਨਾਲ ਮਿਲਦੇ ਹੈ, ਅਤੇ ਜਿਹੜੇ ਕਿ ਪਹਿਲਾਂ ਗੁਲਾਬਦਾਸੀ ਸੈਕਟ ਨਾਲ ਸੰਬੰਧਿਤ ਸੀ, ਫਿਰ ਉਹਨਾਂ ਨੇ ਆਰੀਆ ਸਮਾਜ ਵੀ ਜੁਆਇਨ ਕਰ ਲਿਆ ਸੀ। ਫਿਰ ਸਿੱਖ ਸਭਾ ਐਕਟੀਵਿਟੀਜ਼, ਸਿੰਘ ਸਭਾ ਜੋ ਐਕਟੀਵਿਟੀਜ਼ ਸੀਗੀਆਂ, ਅਤੇ ਉਸ ਦੇ ਨਾਲ ਨਾਲ ਹੀ ਇਹਨਾਂ ਨੇ ਆਰੀਆ ਸਮਾਜ ਨੂੰ ਵੀ ਜੁਆਇਨ ਕਰ ਲਿਆ ਸੀ। ਪਰ 1888 ਦੇ ਵਿੱਚ ਆਰੀਆ ਸਮਾਜ ਨਾਲ ਇਹਨਾਂ ਦੇ ਮਤਭੇਦ ਹੋ ਗਏ ਸੀ, ਅਤੇ ਜਿਹੜੇ ਸਿੱਖ ਲੀਡਰ ਸੀਗੇ ਫਿਰ ਉਹਨਾਂ ਨੂੰ ਲੈ ਕੇ ਇਸ ਮੂਵਮੈਂਟ ਨੂੰ ਇਹਨਾਂ ਨੇ ਅਲੱਗ ਤੋਂ ਚਲਾਉਣਾ ਸ਼ੁਰੂ ਕਰ ਦਿੱਤਾ। ਆਰੀਆ ਸਮਾਜ ਨਾਲੋਂ ਇਹ ਅਲੱਗ ਹੋ ਗਏ,
ਤੇ ਇਹਨਾਂ ਨੇ ਸਿੰਘ ਸਭਾ ਮੂਵਮੈਂਟ ਦੇ ਲਈ ਫਿਰ ਕੰਮ ਕੀਤਾ। ਫਿਰ ਇਹਨਾਂ ਨੇ ਇੱਕ, ਕਿਉਂਕਿ ਐਜੂਕੇਟਰ ਸੀ ਇਹ, ਤਾਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਰਿਹਾ ਤੇ ਉਹਨਾਂ ਨੇ ਕੁਝ ਟੈਕਸਟ ਬੁੱਕਸ ਵੀ ਲਿਖੀਆਂ ਇਸ ਕਾਲਜ ਦੇ ਸਟੂਡੈਂਟਸ ਦੇ ਲਈ, ਖਾਲਸਾ ਕਾਲਜ ਅੰਮ੍ਰਿਤਸਰ ਦੇ ਸਟੂਡੈਂਟਸ ਦੇ ਲਈ। ਇਹਦੀ ਸਥਾਪਨਾ ਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਆ ਤੇ ਫਿਰ ਇੱਥੇ ਇਹ ਬੁੱਕਸ ਵੀ ਲਿਖਦੇ ਰਹੇ ਆ। ਪਹਿਲਾਂ ਇਹਨਾਂ ਨੇ ਪਹਿਲਾਂ ਪਿਤਾ ਜੀ ਤੋਂ ਸਿੱਖਿਆ ਲਈ, ਫਿਰ ਗੁਲਾਬਦਾਸੀ ਸੰਪਰਦਾਇ ਦੇ, ਫਿਰ ਜਵਾਹਰ ਸਿੰਘ ਨਾਲ ਮਿਲੇ, ਆਰੀਆ ਸਮਾਜ ਦੇ ਵਿੱਚ ਸ਼ਾਮਿਲ ਹੋਏ, ਫਿਰ ਸਿੰਘ ਸਭਾ ਮੂਵਮੈਂਟ ਲਈ ਹੀ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ ਜਲਦੀ ਹੀ ਇਹ ਸਿੱਖ ਫੋਲਡ ਭਾਈ ਗੁਰਮੁਖ ਸਿੰਘ ਦੇ ਨਾਲ ਮਿਲ ਕੇ ਇਹ ਐਕਟਿਵ ਰੋਲ ਨਿਭਾਉਣ ਲੱਗ ਗਏ ਸਿੰਘ ਸਭਾ ਮੂਵਮੈਂਟ ਦੇ ਵਿੱਚ। 1886 ਦੇ ਵਿੱਚ ਇਹਨਾਂ ਨੇ ਯੋਗਦਾਨ ਦਿੱਤਾ ਤੇ ਇੱਕ ਸੈਕਿੰਡ ਐਡੀਟਰ ਬਣੇ ਖਾਲਸਾ ਅਖਬਾਰ ਵੀਕਲੀ, ਜੋ ਕਿ ਲਾਹੌਰ ਤੋਂ ਛਪਦਾ ਸੀਗਾ। ਇਹ ਭਾਈ ਗੁਰਮੁਖ ਸਿੰਘ ਨੇ ਹੀ ਫਾਊਂਡ ਕੀਤਾ ਸੀ। ਤੇ ਉਸ ਤੋਂ ਬਾਅਦ ਫਿਰ ਲਾਹੌਰ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ। 1886 ਦੇ ਵਿੱਚ ਖਾਲਸਾ ਅਖਬਾਰ ਦੇ ਐਡੀਟਰ ਬਣਿਆ। ਉਸੇ ਸਾਲ ਹੀ ਗਿਆਨੀ ਐਗਜ਼ਾਮੀਨੇਸ਼ਨ ਪਾਸ ਕੀਤਾ ਇਨ ਦਾ ਸੇਮ ਈਅਰ। ਤੇ ਉਸ ਤੋਂ ਬਾਅਦ ਇਹ ਟੀਚਰ ਅਪੁਆਇੰਟ ਹੋ ਗਏ ਓਰੀਐਂਟਲ ਕਾਲਜ ਦੇ ਵਿੱਚ। ਤੇ ਇਹਨਾਂ ਨੇ ਖਾਲਸਾ ਅਖਬਾਰ ਨੂੰ ਇੱਕ ਸਾਧਨ ਦੇ ਤੌਰ 'ਤੇ ਵਰਤਿਆ ਸਿੰਘ ਸਭਾ ਮੂਵਮੈਂਟ ਦੀ ਵਿਚਾਰਧਾਰਾ ਨੂੰ ਫੈਲਾਉਣ ਦੇ ਲਈ। ਜਦੋਂ ਖਾਲਸਾ ਦੀਵਾਨ ਅੰਮ੍ਰਿਤਸਰ ਨੇ ਭਾਈ ਗੁਰਮੁਖ ਸਿੰਘ ਜੀ ਨੂੰ ਧਰਮ ਤੋਂ ਛੇਕਿਆ ਸੀ, ਤਾਂ ਇਹਨਾਂ ਨੇ ਹੀ ਸੁਪਨ ਨਾਟਕ ਨਾਂ ਦੀ ਬੁੱਕ ਲਿਖ ਕੇ ਗੁਰਮੁਖ ਸਿੰਘ ਦੇ ਪੱਖ ਦੇ ਵਿੱਚ ਖੜੇ ਸੀ। ਤਾਂ ਫਿਰ ਇਹਨਾਂ ਨੂੰ ਵੀ ਅੰਮ੍ਰਿਤਸਰ ਦੇ ਲੀਡਰਸ ਦੇ ਵੱਲੋਂ ਇਹਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਫਿਰ ਇਹਨਾਂ ਦੇ ਖਿਲਾਫ ਇੱਕ ਕੇਸ ਵੀ ਦਰਜ ਕੀਤਾ ਗਿਆ। ਤੇ ਫਿਰ ਜਿਹੜਾ ਇਹਨਾਂ ਦਾ ਜੋ ਖਾਲਸਾ ਅਖਬਾਰ ਸੀਗਾ ਉਹਨੂੰ ਵੀ ਇਹਨਾਂ ਨੇ ਬੰਦ ਕੀਤਾ ਕੁਝ ਸਮੇਂ ਦੇ ਲਈ, ਇਹ 1899 ਦੇ ਵਿੱਚ। ਤੇ ਮਹਾਰਾਜਾ ਆਫ ਨਾਭਾ ਨੇ ਇਹਨੂੰ ਰਿਜ਼ਿਊਮ ਕਰਵਾਇਆ, ਦੁਬਾਰਾ ਇਹਦੀ ਜਿਹੜੀ ਪਬਲੀਕੇਸ਼ਨ ਸ਼ੁਰੂ ਕਰਵਾਈ, ਇਹਨੂੰ ਪ੍ਰਕਾਸ਼ਿਤ ਕਰਾਉਣਾ 1893 ਦੇ ਵਿੱਚ। ਗਿਆਨੀ ਦਿੱਤ ਸਿੰਘ ਜੀ ਇਹਦੇ ਐਡੀਟਰ ਬਣੇ ਦੁਬਾਰਾ। ਉਸ ਤੋਂ ਬਾਅਦ ਇੱਕ ਇੰਗਲਿਸ਼ ਲੈਂਗੁਏਜ ਦੇ ਵਿੱਚ ਇੱਕ ਵੀਕਲੀ ਪੱਤਰ ਸ਼ੁਰੂ ਹੁੰਦਾ ਜਿਹਦਾ ਨਾਮ ਸੀ ਓਨਲੀ ਖਾਲਸਾ। ਇਹਨਾਂ ਦੀ ਵਾਈਫ ਦਾ ਨਾਮ ਬਿਸ਼ਨ ਕੌਰ ਸੀ, ਬੇਟੇ ਦਾ ਨਾਮ ਬਲਦੇਵ ਸਿੰਘ, ਬੇਟੀ ਵਿਦਿਆਵੰਤੀ। ਸਿੱਖ ਧਰਮ ਦਾ ਇਹਨਾਂ ਨੇ ਬਹੁਤ ਪ੍ਰਚਾਰ ਕੀਤਾ, ਬਹੁਤ ਸੇਵਾ ਕੀਤੀ ਹੈ ਸਿੱਖ ਧਰਮ ਦੀ। ਇਹਨਾਂ ਦੀਆਂ ਰਚਨਾਵਾਂ ਗੁਰੂਆਂ ਦੇ ਨਾਲ ਰਿਲੇਟਡ ਗੁਰੂ ਨਾਨਕ ਪ੍ਰਬੋਧ, ਗੁਰੂ ਅਰਜਨ ਪ੍ਰਬੋਧ, ਪਖੰਡ ਖੰਡਨ, ਦੰਭ ਵਿਧਾਰਨ, ਦੁਰਗਾ ਪ੍ਰਬੋਧ, ਨਕਲੀ ਸਿੱਖ ਪ੍ਰਬੋਧ, ਦਲੇਰ ਸਿੰਘ, ਡਰਪੋਕ ਸਿੰਘ, ਪੰਥ ਪ੍ਰਬੋਧ, ਅੰਮ੍ਰਿਤ ਪ੍ਰਬੋਧ, ਗੁਰੂ ਨਾਨਕ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਤੇ ਸਵਾਮੀ ਦਇਆਨੰਦ ਦਾ ਸੰਵਾਦ, ਪੰਥ ਸੁਧਾਰ ਬਣਾਈ ਪੱਤਰ, ਅਬਲਾ ਨਾਰੀ, ਮੇਰਾ ਤਾਂ ਉਹ ਸਾਰੀਆਂ ਉਹੀ ਆ ਗਈਆਂ, ਅਬਲਾ ਨਾਰੀ, ਨਕਲੀ ਸਿੱਖ ਪ੍ਰਬੋਧ, ਗੁੱਗਾ ਗਪੌੜਾ, ਸੁਲਤਾਨ ਪੁਆੜਾ, ਦੰਭ ਵਿਧਾਰਨ ਗ੍ਰੰਥ, ਸਵਪਨ ਨਾਟਕ, ਮੀਰਾ ਮਨੌਤ, ਤਾਰਾ ਸਿੰਘ ਦੀ ਸ਼ਹੀਦੀ, ਭਾਈ ਸੁਬੇਗ ਸਿੰਘ ਦੀ ਸ਼ਹੀਦੀ, ਮਹਿਤਾਬ ਸਿੰਘ ਮੀਰਾ ਕੋਟੀਆਂ ਦੀ ਸ਼ਹੀਦੀ, ਭਾਈ ਤਾਰੂ ਸਿੰਘ ਤੇ ਭਾਈ ਬੋਤਾ ਸਿੰਘ, ਤੇ ਇੱਕ ਹੈ ਸਿੱਖ ਬੱਚੇ ਦੀ ਸ਼ਹੀਦੀ, ਰਾਜਨੀਤੀ ਪ੍ਰਬੋਧ ਨਾਟਕ, ਕਿੱਸਾ ਸ਼ੀਰੀ ਫਰਹਾਦ ਤੇ ਅਬਲਾਨੰਦ, ਸਮੱਸਿਆ ਪੂਰਤੀ, ਨੀਤੀ ਵਾਰਤਾ, ਸਮਾਜ ਸੁਧਾਰ 'ਚ ਭੂਮਿਕਾ ਨਿਭਾਈ ਹੈ, ਦਲੇਰੀ ਨਾਲ ਗੱਲ ਕਹਿੰਦੇ ਆ, ਤਰਕ ਤੇ ਦਲੀਲਾਂ ਸਹਿਤ, ਸਾਰੀ ਉਮਰ ਸਮਾਜ ਸੁਧਾਰ ਕੀਤਾ, ਸਿੱਖੀ ਦੇ ਲੇਖੇ ਲਾਈ ਸਾਰੀ ਉਮਰ, ਸਮਾਜਿਕ ਕੁਰੀਤੀਆਂ ਦਾ ਡਟ ਕੇ ਵਿਰੋਧ ਤੇ ਸਮਾਜ ਨੂੰ ਇਹਨਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਜ਼ੋਰਦਾਰ ਪ੍ਰਚਾਰ। 6 ਸਤੰਬਰ 1901 ਨੂੰ ਮੌਤ ਤੋਂ ਬਾਅਦ ਕਿਸੇ ਨੇ ਇਸ ਟੀਚੇ ਨੂੰ ਅੱਗੇ ਨਹੀਂ ਤੋਰਿਆ। ਜਨਮ ਉਹੀ 21 ਅਪ੍ਰੈਲ 1850, 52, 53, 3 ਸਾਲ ਮਿਲਦੇ। ਅਨੰਦਪੁਰ ਕਲੌੜ ਹੈ, ਫਤਿਹਗੜ੍ਹ ਸਾਹਿਬ ਆ। ਪਿਤਾ ਦਾ ਨਾਮ ਬਾਬਾ ਦੀਵਾਨ ਸਿੰਘ ਹੈ ਤੇ ਮਾਤਾ ਰਾਮ ਕੌਰ ਨੇ। ਬਚਪਨ ਦਾ ਨਾਂ ਇਹਨਾਂ ਦਾ ਦਿੱਤਾ ਰਾਮ ਸੀ। ਗੁਲਾਬਦਾਸੀ ਸੰਤ ਗੁਰਬਖਸ਼ ਸਿੰਘ ਦੇ ਡੇਰੇ ਤੋਂ ਅਧਿਐਨ ਕੀਤਾ ਤੇ ਫਿਰ ਵੱਡੇ ਹੋ ਕੇ ਗਿਆਨੀ ਦਿੱਤ ਸਿੰਘ ਬਣ ਗਏ ਆ। ਤੇ ਪਿੰਡ ਦੇ ਵਿੱਚ ਗੁਰਦੁਆਰਾ ਤਪੋਸਰ ਸਾਹਿਬ, ਜਨਮ ਸਥਾਨ ਗਿਆਨੀ ਦਿੱਤ ਸਿੰਘ, ਇਹ 2 ਗੁਰਦੁਆਰੇ ਆ, ਤਪੋਸਰ ਸਾਹਿਬ ਤੇ ਜਨਮ ਸਥਾਨ ਗਿਆਨੀ ਦਿੱਤ ਸਿੰਘ ਅਨੰਦਪੁਰ ਕਲੌੜ ਦੇ ਵਿੱਚ ਬਣੇ ਹੋਏ ਆ। 1872 ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਬਿਸ਼ਨ ਕੌਰ ਨਾਲ। ਲਾਹੌਰ ਰਹਿੰਦੇ ਸੀ, ਫਿਰ ਸੰਤ ਦੇਸਾ ਸਿੰਘ ਤੋਂ ਵਿੱਦਿਆ ਲਈ ਹੈ।
ਫਿਰ ਲਾਹੌਰ ਦੇ ਗੁਰਮੁਖ ਸਿੰਘ ਪ੍ਰੋਫੈਸਰ ਦੇ ਨਾਲ ਇਹਨਾਂ ਨੇ ਉਹਨਾਂ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕ ਲਿਆ, ਸਿੰਘ ਸਜੇ ਆ। ਫਿਰ ਉਸੇ ਸਾਲ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਪੁੱਤਰ ਬਲਦੇਵ ਸਿੰਘ, ਧੀ ਵਿਦਿਆਵੰਤੀ ਦਾ ਜਨਮ ਹੁੰਦਾ। ਇੱਕ ਦਿਨ ਵੀ ਸਕੂਲ ਨਹੀਂ ਗਏ, ਪਰ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ ਆ। ਪਹਿਲਾਂ ਤਾਂ ਆਰੀਆ ਸਮਾਜ ਦੇ ਨਾਲ ਮਿਲ ਕੇ ਕੰਮ ਕੀਤਾ। ਫਿਰ 25 ਨਵੰਬਰ 1988 ਤੋਂ ਜਦੋਂ ਆਰੀਆ ਸਮਾਜ ਦਾ 11ਵਾਂ ਇਜਲਾਸ ਸੀ, ਤਾਂ ਉਹਨਾਂ ਨੇ ਆਰੀਆ ਸਮਾਜ ਦੇ ਜੋ ਲੀਡਰ ਸੀਗੇ ਉਹਨਾਂ ਨੇ ਸਿੱਖ ਗੁਰੂਆਂ ਦਾ ਨਿਰਾਦਰ ਕੀਤਾ, ਤਾਂ ਫਿਰ ਇਹ ਆਰੀਆ ਸਮਾਜ ਤੋਂ ਵੱਖ ਹੋ ਗਏ। ਫਿਰ ਇਹਨਾਂ ਨੇ ਸਿੰਘ ਸਭਾ ਲਾਹੌਰ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਰਹੇ ਆ, ਤੇ ਸਵਾਮੀ ਦਇਆਨੰਦ ਨੂੰ 3 ਧਾਰਮਿਕ ਬਹਿਸਾਂ ਦੇ ਵਿੱਚ ਮਾਤ ਦਿੱਤੀ ਹੈ। ਸਿੱਖੀ ਦੀ ਡਿੱਗ ਰਹੀ ਸ਼ਾਖ ਨੂੰ ਮੁੜ ਉੱਚਾ ਚੁੱਕਣ ਦਾ ਯਤਨ ਕੀਤਾ। ਸਮਾਜ 'ਚ ਫੈਲੀਆਂ ਬੁਰਾਈਆਂ ਨੂੰ ਜੜੋਂ ਖਤਮ ਕਰਨ ਲਈ ਯਤਨ ਕੀਤੇ। ਅੰਧ ਵਿਸ਼ਵਾਸਾਂ ਦਾ ਵਿਰੋਧ ਕਰਦੇ ਰਹੇ ਆ। ਖਾਲਸਾ ਅਖਬਾਰ ਲਾਹੌਰ ਦੇ ਵਿੱਚ ਵਹਿਮਾਂ ਭਰਮਾਂ, ਕਰਮ ਕਾਂਡਾਂ, ਟੂਣੇ ਟਾਮਣਾ, ਮੜੀ ਮਸਾਣਾ, ਨੜੀ ਮਾਰਾਂ, ਕੁੜੀ ਮਾਰਾਂ, ਝਾੜ ਫੂਕ, ਪਖੰਡ, ਅੰਧ ਵਿਸ਼ਵਾਸ ਦਾ ਵਿਰੋਧ ਕੀਤਾ। ਲੋਕਾਂ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ 'ਤੇ ਪੂਰਨ ਭਰੋਸਾ ਰੱਖੋ। ਤੇ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਹੈ। 37 ਧਾਰਮਿਕ ਜਥੇਬੰਦੀਆਂ ਦੇ ਨਾਲ ਰਲ ਕੇ, ਭਾਈ ਜਵਾਹਰ ਸਿੰਘ ਨਾਲ ਮਿਲ ਕੇ 37 ਸਿੰਘ ਸਭਾਵਾਂ ਨੂੰ ਜੋੜ ਕੇ ਜਾਤ ਪਾਤ ਦਾ ਵਿਰੋਧ ਕੀਤਾ ਇਹਨਾਂ ਨੇ, ਤੇ ਸਮਾਜ ਵਿੱਚ ਇਹੋ ਜਿਹੇ ਅਡੰਬਰਾਂ ਨੂੰ ਬੜੀ ਗੰਭੀਰਤਾ ਨਾਲ ਲਿਆ ਤੇ ਕਈਆਂ ਨਾਲ ਟੱਕਰ ਲਈ, ਕਈ ਸਮਕਾਲੀ ਜਥੇਬੰਦੀਆਂ ਨਾਲ। ਦਰਬਾਰ ਸਾਹਿਬ ਵਿੱਚੋਂ ਮੂਰਤੀਆਂ ਹਟਾਉਣਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠੇ ਬਾਬਾ ਖੇਮ ਸਿੰਘ ਬੇਦੀ ਦੀ ਗੱਦੀ ਇਹਨਾਂ ਨੇ ਖਿੱਚ ਕੇ ਸੜਕ 'ਤੇ ਸੁੱਟ ਦਿੱਤੀ। ਤੇ ਜਦੋਂ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਵਿੱਚ ਮੂਰਤੀਆਂ ਸਥਾਪਿਤ ਹੋ ਰਹੀਆਂ ਸੀ, ਤਾਂ ਇਹਨਾਂ ਨੇ ਤੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਮਿਲ ਕੇ ਹਟਾਇਆ ਉਹਨਾਂ ਨੂੰ। ਸਾਹਿਤਿਕ ਰਚਨਾਵਾਂ। 1850 ਤੋਂ 1901 ਦੇ ਦੌਰਾਨ ਪੰਜਾਬੀ ਮਾਂ ਬੋਲੀ ਦੀ ਸੇਵਾ 72 ਪੁਸਤਕਾਂ ਨਾਲ ਭਰ ਕੇ ਕੀਤੀ, ਤੇ ਇਹਨਾਂ ਨੂੰ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਪੰਥ ਰਤਨ ਦਾ ਇਹਨਾਂ ਨੂੰ ਅਵਾਰਡ ਮਿਲਿਆ, ਮਤਲਬ ਪੰਥ ਰਤਨ ਦਾ ਇਹਨਾਂ ਨੂੰ ਸਨਮਾਨ ਦਿੱਤਾ ਗਿਆ। ਪੰਥ ਰਤਨ ਵਜੋਂ ਇਹ ਜਾਣੇ ਜਾਂਦੇ ਨੇ। ਤੇ ਇਹਨਾਂ ਦੀ ਮੌਤ ਤੋਂ ਬਾਅਦ ਭਾਈ ਵੀਰ ਸਿੰਘ ਨੇ ਉਹਨਾਂ ਦੇ ਸਨਮਾਨ ਵਿੱਚ ਇੱਕ ਕਵਿਤਾ ਲਿਖੀ, ਜਿਹੜੀ ਖਾਲਸਾ ਸਮਾਚਾਰ ਦੇ ਵਿੱਚ ਛਪੀ। ਗਿਆਨੀ ਦਿੱਤ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਮੇਟੀ ਵੱਲੋਂ ਹਰ ਸਾਲ ਉਹਨਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾਂਦਾ ਹੈ।